नमस्कार, सत श्री अकाल, आदाब। एक बार फिर तुहाडा डॉक्टर एचपीज हैल्थ शो के उत्ते स्वागत। अज असी एक बहुत ही इंपॉर्टेंट टॉपिक डिस्कस करन जा रहे हैं। आम तौर पर असी सोसाइटी दे विच कुछ पेशेंट्स देखते हैं, असी पेशेंट जिहड़े जिन्होंने ऑक्सीजन की लोड़ होंदी है, ऑक्सीजन डिपेंडेंसी होंदी है, उन्होंने ऑक्सीजन घर भी लोड़ पैंदी है, घर सिलेंडर रखा होया है जां कंसनट्रेट रखा होया है। सो ये अलग अलग बीमारियां होंदियां ने। इहदी डिटेल जानने दे लई असीं अज अमृतसर के बहुत ही इंटैलीजेंट यंग डायनेमिक चैस्ट स्पैशलिस्ट डॉक्टर रवनीत ग्रोवर नूं स्टूडियो बुलाया। थैंक यू डॉक्टर ग्रोवर फॉर कमिंग टू द स्टूडियो। डॉक्टर ग्रोवर, ये असीं जिहड़े पेशेंट्स देखते हैं जिन्होंने ऑक्सीजन डिपेंडेंसी होंदी, घर ऑक्सीजन लानी पैंदी है, उन्हें ऑक्सीजन तो बिना गुजारा ही नहीं होंदा, ये की है? ये ब्रोंकियल एस्थमा है या कुछ होर है? ਜਿਹੜੇ ਆਕਸੀਜਨ ਡਿਪੈਂਡੈਂਟ ਪੇਸ਼ੈਂਟ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਇਹ ਆਮ ਤੌਰ ਤੇ ਇੱਕ ਗਰੁੱਪ ਆਫ ਡਿਜ਼ੀਜ਼ ਹੈ, ਲੰਗ ਡਿਜ਼ੀਜ਼ਸ, ਜਿਨ੍ਹਾਂ ਨੂੰ ਅਸੀਂ ਬ੍ਰੌਡਲੀ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਦਾ ਨਾਮ ਦਿੱਤਾ। ਇਹ ਪੇਸ਼ੈਂਟਸ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਦੇ ਪੇਸ਼ੈਂਟਸ ਹੁੰਦੇ ਨੇ, ਜਿਨ੍ਹਾਂ ਦੇ ਟਾਈਮ ਨਾਲ ਜਿਹੜੇ ਲੰਗਸ ਹੈਗੇ ਨੇ ਫਾਈਬਰੋਜ਼ ਪੰਜਾਬੀ ਕਹਿੰਦੇ ਨੇ, ਜਿਵੇਂ ਸੁੱਕੜ ਗਏ, ਸ਼ਰਿੰਕ ਕਰ ਗਏ, ਉਹ ਲੰਗ ਸ਼ਰਿੰਕ ਕਰ ਜਾਂਦੇ ਨੇ। ਸੋ ਸਾਡੇ ਲੰਗਸ ਦਾ ਮੇਨ ਫੰਕਸ਼ਨ ਹੈਗਾ ਆਕਸੀਜਨ ਡਿਲੀਵਰੀ ਟੂ ਦ ਬੋਡੀ, ਅਤੇ ਜੇ ਲੰਗਸ ਜਿਹੜਾ ਮੇਨ ਆਰਗਨ ਹੈ ਆਕਸੀਜਨ ਡਿਲੀਵਰੀ ਦਾ, ਉਹੀ ਪ੍ਰੋਪਰ ਕੰਮ ਨਹੀਂ ਕਰਦਾ, ਉਹਦੇ ਨਾਲ ਬੋਡੀ ਵਿੱਚ ਜਾਂ ਬਲੱਡ ਵਿੱਚ ਆਕਸੀਜਨ ਨਹੀਂ ਜਾਂਦੀ, ਅਤੇ ਪੇਸ਼ੈਂਟ ਨੂੰ ਆਕਸੀਜਨ ਡਿਪੈਂਡੈਂਸੀ ਤੋਂ ਧਿਆਨ ਆਉਣਾ ਪੈਂਦਾ ਕਿ ਜਿੰਨੀ ਹਵਾ ਵਿੱਚ ਆਕਸੀਜਨ ਹੈ ਉਹ ਸਾਨੂੰ ਬਲੱਡ ਵਿੱਚ ਨਹੀਂ ਜਾ ਰਹੀ, ਤਾਂ ਸਾਨੂੰ ਸਪਲੀਮੈਂਟਲ ਆਕਸੀਜਨ ਲਗਾ ਕੇ ਜਿਹੜੀ ਆਪਣੀ ਜ਼ਿੰਦਗੀ ਚਲਾਉਣੀ ਪੈਂਦੀ ਹੈ। ਤੇ ਕੀ ਕਾਰਨ ਹੈ ਡਾਕਟਰ ਗਰੋਵਰ ਕਿ ਇਹਨਾਂ ਦੇ ਜਿਹੜੇ ਲੰਗਸ ਹੈ ਸ਼ਰਿੰਕ ਕਰ ਜਾਂਦੇ ਆ? ਜਿਹੜੀ ਇਹ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਹੈਗੀਆਂ, ਇਹਦੇ ਵਿੱਚ ਬ੍ਰੌਡਲੀ ਡਿਵਾਈਡ ਕੀਤਾ ਹੈ। ਕੁਝ ਐਸੀਆਂ ਬਿਮਾਰੀ ਜਿਹਨੇ ਕੌਜ਼ੇਟਿਵ ਫੈਕਟਰਸ ਹੁੰਦੇ ਨੇ, ਅਤੇ ਕਈ ਐਸੀਆਂ ਬਿਮਾਰੀ ਜਿਹਨੂੰ ਅਸੀਂ ਈਡੀਓਪੈਥਿਕ ਦਾ ਨਾਮ ਦਿੱਤਾ ਹੋਇਆ ਹੈਗਾ। ਸੋ ਕੌਜ਼ੇਟਿਵ ਮਤਲਬ ਕਿ ਜਿਹਦੇ ਵਿੱਚ ਅਸੀਂ ਕਾਰਨ ਦਾ ਪਤਾ ਲਗਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਸੋਚ ਸਕਦੇ ਹਾਂ ਇੱਕ ਹਾਈਪਰ ਸੈਂਸਿਟਿਵਿਟੀ ਨਿਊਮੋਨਾਈਟਿਸ ਕਰਕੇ ਬਿਮਾਰੀ ਹੈ, ਕਿ ਜਿਹਦੇ ਵਿੱਚ ਕੋਈ ਪਕਸ਼ੀਆਂ ਜਾਂ ਹੋਰ ਐਨੀਮਲਸ ਦੇ ਉੱਤੇ ਜਿਹੜੇ ਉਹਦੇ ਅਲਰਜਨਸ ਹੁੰਦੇ ਨੇ, ਉਹਨਾਂ ਨਾਲ ਰਿਐਕਸ਼ਨ ਹੋਣ ਕਰਕੇ ਲੰਗ ਸ਼ਰਿੰਕ ਕਰ ਸਕਦੇ ਨੇ। ਜਾਂ ਫਿਰ ਕਨੈਕਟਿਵ ਟਿਸ਼ੂ ਰਿਲੇਟਿਡ ILDs। ਕਨੈਕਟਿਵ ਟਿਸ਼ੂ ਮਤਲਬ ਜਿਵੇਂ ਕਿਸੇ ਪੇਸ਼ੈਂਟ ਨੂੰ ਗੈਂਠੀਏ ਵਰਗੀ ਬਿਮਾਰੀ, ਰੂਮੇਟੋਇਡ ਆਰਥਰਾਈਟਿਸ, ਉਹਦਾ ਇਫੈਕਟ ਲੰਗਸ ਉੱਤੇ ਪੈ ਸਕਦਾ ਹੈ। ਬਟ ਹਾਲੇ ਵੀ ਬਹੁਤ ਸਾਰੀਆਂ ਐਸੀ ILDs ਹੈਗੀਆਂ ਜਿਨ੍ਹਾਂ ਦਾ ਮੈਡੀਕਲ ਸਾਇੰਸ ਨੂੰ ਕਾਰਨ ਨਹੀਂ ਪਤਾ, ਉਹਨੂੰ ਅਸੀਂ ਈਡੀਓਪੈਥਿਕ ਦੇ ਵਿੱਚ ਲੇਬਲ ਕੀਤਾ ਹੋਇਆ, ਜਿਹਦੇ ਵਿੱਚ ਬ੍ਰੌਡਲੀ ਈਡੀਓਪੈਥਿਕ ਪਲਮਨਰੀ ਫਾਈਬਰੋਸਿਸ ਅਤੇ ਸਾਰਕੋਇਡੋਸਿਸ ਨਾਮ ਦੀਆਂ ILDs ਆਉਂਦੀਆਂ, ਜਿਹਦਾ ਕਿ ਹਾਲੇ ਵੀ ਸਾਨੂੰ ਐਗਜ਼ੈਕਟ ਰੀਜ਼ਨ ਨਹੀਂ ਪਤਾ। ਕਈ ਸਟੱਡੀਜ਼ ਹੋਈਆਂ ਹੈ ਜਿਨ੍ਹਾਂ ਵਿੱਚ ਕਹਿੰਦੇ ਨੇ ਕਿ ਦੇ ਕੈਨ ਬੀ ਜੈਨੇਟਿਕ, ਮਤਲਬ ਜੇ ਕਿ ਪੇਰੈਂਟਲ ਵਿੱਚ ਹੈਗੀ ਹੈ ਅਤੇ ਬੱਚਿਆਂ ਵਿੱਚ ਆ ਸਕਦੀ ਹੈ, ਜਾਂ ਇਟ ਕੈਨ ਬੀ ਬਿਕੋਜ਼ ਆਫ ਐਕਸਪੋਜ਼ਰ ਟੂ ਸਮ ਕੈਮੀਕਲਸ, ਕਿ ਕੋਈ ਫੈਕਟਰੀ ਵਿੱਚ ਕੰਮ ਕਰਦਾ ਹੈ ਕਿਸੇ ਜਗ੍ਹਾ 'ਤੇ, ਐਕਸਪੋਜ਼ਰ ਟੂ ਪੋਲਿਊਸ਼ਨ, ਕੁਛ ਸਮੋਕਿੰਗ ਰਿਲੇਟਿਡ। ਸੋ ਦੇਰ ਸੋ ਮੈਨੀ ਫੈਕਟਰਸ, ਬਟ ਐਗਜ਼ੈਕਟ ਕਾਰਨ ਕਾਫੀ ਸਾਰੀ ਬਿਮਾਰੀਆਂ ਦਾ ਹਜੇ ਸਾਨੂੰ ਨਹੀਂ ਪਤਾ। ਤੇ ਕਿੰਨਾ ਕੁ ਇਹਦਾ ਇੰਸੀਡੈਂਸ ਹੈ, ਕਿੰਨੀ ਕੁ ਕਾਮਨ ਇਹ ਪ੍ਰੋਬਲਮ ਹੈ ਇੰਡੀਆ ਦੇ ਵਿੱਚ? ਜੋ ਸਟੱਡੀਜ਼ ਦੇ ਹਿਸਾਬ ਦੇ ਨਾਲ ਮੇਲਸ ਦੇ ਵਿੱਚ ਲਗਭਗ 80 ਪੀਪਲ ਇਨ 1 ਲੱਖ ਪਾਪੂਲੇਸ਼ਨ, ਐਂਡ ਫੀਮੇਲਸ ਦੇ ਵਿੱਚ 70 ਪੀਪਲ ਇਨ 1 ਲੱਖ ਪਾਪੂਲੇਸ਼ਨ ਦੇ ਅਪਰੋਕਸੀਮੇਟਲੀ ਇਹਦਾ ਇੰਸੀਡੈਂਸ ਹੈ। ਐਂਡ ਜੋ ਅਸੀਂ ਦੇਖ ਰਹੇ ਹਾਂ ਟਾਈਮ ਦੇ ਨਾਲ ਇਨਫੈਕਸ਼ਨਸ ਘੱਟ ਰਹੀਆਂ, ਅਤੇ ਜਿਹੜੀ ਨੋਨ ਇਨਫੈਕਟਿਵ ਬਿਮਾਰੀਆਂ ਦਾ ਇੰਸੀਡੈਂਸ ਵੱਧ ਰਿਹਾ। ਐਂਡ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਸਾਡਾ ਲਾਈਫ ਸਪੈਨ ਵੀ ਵੱਧ ਰਿਹਾ, ਤਾਂ ਇਹ ਸਾਰੀਆਂ ਏਜ ਰਿਲੇਟਿਡ ਬਿਮਾਰੀਆਂ ਹੁੰਦੀਆਂ। ਸੋ ਜਿਵੇਂ ਜਿਵੇਂ ਲਾਈਫ ਸਪੈਨ ਵਧੇਗਾ, ਸੋ ਇਸ ਤਰ੍ਹਾਂ ਦੀ ਬਿਮਾਰੀਆਂ ਦਾ ਇੰਸੀਡੈਂਸ ਕਿਸੇ ਵੀ ਪਾਪੂਲੇਸ਼ਨ ਦੇ ਵਿੱਚ ਵਧੇਗਾ। ਇਹਦਾ ਕੋਵਿਡ ਨਾਲ ਵੀ ਕੁਝ ਕੰਸਰਨ ਹੈ? ਜਿਹੜਾ ਕੋਵਿਡ ਰਿਲੇਟਿਡ ਫਾਈਬਰੋਸਿਸ ਹੈ, ਦੋਨਾਂ ਵਿੱਚ ਇਹ ਚੀਜ਼ ਹੈ ਕਿ ਕੋਵਿਡ ਦੇ ਨਾਲ ਵੀ ਲੰਗ ਸ਼ਰਿੰਕ ਹੋ ਜਾਂਦੇ ਨੇ, ਪੇਸ਼ੈਂਟ ਨੂੰ ਬਾਅਦ ਵਿੱਚ ਆਕਸੀਜਨ ਡਿਪੈਂਡੈਂਸੀ ਆ ਜਾਂਦੀ ਹੈਗੀ ਹੈ। ਬਟ ਜੇ ਬ੍ਰੌਡਲੀ ਦੇਖਿਆ ਜਾਏ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼, ਇਹ ਬਿਮਾਰੀਆਂ ਕੋਵਿਡ ਤੋਂ ਪਹਿਲਾਂ ਦੀਆਂ। ਸੋ ਦੋਨਾਂ ਵਿੱਚ ਕਾਮਨ ਚੀਜ਼ ਇਹੀ ਹੈ ਕਿ ਲੰਗ ਸ਼ਰਿੰਕ ਹੋ ਰਹੇ ਨੇ, ਪੇਸ਼ੈਂਟ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ, ਬਟ ਆਪਸ ਵਿੱਚ ਦੋਨਾਂ ਦਾ ਕੋਈ ਰਿਲੇਸ਼ਨ ਨਹੀਂ ਹੈ। ਕੋਈ ਰਿਲੇਸ਼ਨ ਨਹੀਂ। ਤੇ ਕਿਸ ਤਰ੍ਹਾਂ ਪਤਾ ਲੱਗਦਾ ਸਾਨੂੰ ਕਿ ਅਸੀਂ ਤਾਂ ਆਮ ਤੌਰ 'ਤੇ ਜਦੋਂ ਵੀ ਚੈਸਟ ਦੀ ਕੋਈ ਪ੍ਰੋਬਲਮ ਹੁੰਦੀ ਹੈ, ਪੇਸ਼ੈਂਟਸ ਵੀ ਇਹੋ ਹੀ ਸੋਚਦੇ ਜੀ ਇਹਨੂੰ ਦਮਾ ਹੈ, ਜੀ ਇਹਨੂੰ ਐਲਰਜੀ ਹੈ, ਜੀ ਹੋਰ ਅੱਗੇ ਤੁਰਦੇ ਹੀ ਨਹੀਂ। ਤੇ ਕਿਸ ਤਰ੍ਹਾਂ ਪਤਾ ਲੱਗੇ ਵੀ ਨਹੀਂ ਇਹ ਉਹ ਨਹੀਂ ਹੈ, ਇਹ ILD ਹੈ? ਜਿਹੜੇ ILD ਵਾਲੇ ਪੇਸ਼ੈਂਟਸ ਅਸਥਮਾ ਦੇ ਵਿੱਚ, ਅਸਥਮਾ 'ਚ ਆਮ ਤੌਰ 'ਤੇ ਬਚਪਨ ਵਿੱਚ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਪੇਸ਼ੈਂਟ ਹਿਸਟਰੀ ਦਿੰਦਾ ਹੈ ਜੀ ਉਹਨੂੰ ਬਚਪਨ ਤੋਂ ਨਿੱਛਾਂ ਆਉਂਦੀਆਂ ਸੀਗੀਆਂ, ਜਾਂ ਮੌਸਮ ਬਦਲਣ 'ਤੇ ਸਾਹ ਔਖਾ ਹੁੰਦਾ ਸੀਗਾ। ਜਿਹੜੇ ILD ਵਾਲੇ ਪੇਸ਼ੈਂਟਸ ਹੈਗੇ ਨੇ, ਇਸ ਤਰ੍ਹਾਂ ਦੀ ਹਿਸਟਰੀ ਨਹੀਂ ਦਿੰਦੇ ਵੀ ਦੇ ਸੇ ਪ੍ਰੋਗਰੈਸਿਵ ਡਿਸਨੀਆ। ਪ੍ਰੋਗਰੈਸਿਵ ਮਤਲਬ ਉਹ ਕਹਿੰਦੇ ਕਿ ਹੌਲੀ ਹੌਲੀ ਮੈਨੂੰ ਸਾਲ ਪਹਿਲਾਂ ਥੋੜ੍ਹੀ ਜਿਹੀ ਖਾਂਸੀ ਆਉਣੀ ਸ਼ੁਰੂ ਹੋਈ,
ਫਿਰ ਥੋੜਾ ਤੁਰਿਆ ਸਾਹ ਮਹਿਸੂਸ ਹੋਣਾ ਸ਼ੁਰੂ ਹੋਇਆ, ਫਿਰ ਪੌੜੀ ਚੜ੍ਹਦਿਆਂ ਸਾਹ ਚੜ੍ਹਨਾ ਸ਼ੁਰੂ ਹੋ ਗਿਆ। ਸੋ ਜਿਹੜੇ ਪ੍ਰੋਗਰੈਸਿਵ ਕੰਟੀਨਿਊਸ ਸਿੰਪਟਮਸ ਹੈਗੇ ਨੇ ਇਹ ਯੂਜੂਲੀ ਇੰਡੀਕੇਟ ਕਰਦੇ ਨੇ ਟੁਵਰਡਸ ILD। ਤੇ ਜਿਹੜੇ ਇੰਟਰਮੀਡੀਏਟ ਸਿੰਪਟਮਸ ਹੈ ਕਿ ਕਦੀ ਠੀਕ ਹੋ ਗਏ ਤੇ ਕਦੀ ਸਿੰਪਟਮ ਵੱਧ ਗਏ, ਉਹ ਅਲਰਜੀਜ਼ ਵਾਲੇ ਪਾਸੇ ਸਾਨੂੰ ਇੰਡੀਕੇਟ ਕਰਦੇ ਨੇ। ਸੀਜ਼ਨਲ ਜਿਵੇਂ ਸੀਜ਼ਨਲ ਹੋ ਗਏ, ਯੈਸ। ਪਰ ਉਹਨੂੰ ਜਿਹੜਾ ਡਿਫਰੈਂਸ਼ੀਏਟ ਹੈਗਾ ਇਕੱਲੇ ਸਿੰਪਟਮਸ ਦੇ ਬੇਸਿਸ 'ਤੇ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਵੀ ਇੱਦਾਂ ਦੀ ਪ੍ਰੋਬਲਮ ਹੈ, ਲੰਬੇ ਟਾਈਮ ਤੋਂ ਖਾਂਸੀ ਰਹਿ ਰਹੀ ਹੈ ਜਾਂ ਸਾਹ ਦੀ ਪ੍ਰੋਬਲਮ ਟਾਈਮ ਟੂ ਟਾਈਮ ਵੱਧ ਰਹੀ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਜਾਂ ਸਪੈਸ਼ਲਿਸਟ ਨੂੰ ਕੰਸਲਟ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਐਪਰੋਪਰੀਏਟ ਇਨਵੈਸਟੀਗੇਸ਼ਨਸ ਕਰਕੇ ਇੱਕ ਡਾਇਗਨੋਸਿਸ 'ਤੇ ਪਹੁੰਚ ਸਕੇ। ਤੇ ਤੁਸੀਂ ਕਿਸ ਤਰ੍ਹਾਂ ਡਾਕਟਰ ਸਾਹਿਬ ਇਹ ਡਾਇਗਨੋਸਿਸ ਬਣਾਉਂਦੇ ਹੋ ਫਿਰ ਇਹਨਾਂ ਦਾ? ਕੀ ਇਨਵੈਸਟੀਗੇਸ਼ਨ ਤੁਸੀਂ ਕਰਾਉਂਦੇ ਹੋ? ਸਭ ਤੋਂ ਬੇਸਿਕ ਇਨਵੈਸਟੀਗੇਸ਼ਨਸ ਹੈਗਾ ਇੱਕ ਚੈਸਟ ਐਕਸਰੇ। ਸੋ ਐਕਸਰੇ ਦੇ ਵਿੱਚ ਲੰਗ ਸ਼ਰਿੰਕੇਜ ਸਾਨੂੰ ਪਤਾ ਲੱਗ ਜਾਂਦਾ। ਬਟ ਜਿਹੜੇ ਪੇਸ਼ੈਂਟ ਦੀ ਅਰਲੀ ਸਟੇਜ ਹੁੰਦੀ ਹੈ ਉਹ ਐਕਸਰੇ ਕਈ ਵਾਰੀ ਨਹੀਂ ਡਾਇਗਨੋਸ ਕਰ ਸਕਦਾ। ਐਂਡ ਟੂ ਸੀ ਕਿ ਕਿਸ ਟਾਈਪ ਦੀ ILD ਹੈ, ਇੱਕ CT ਸਕੈਨ ਆਫ ਦ ਚੈਸਟ ਬੜੀ ਇੰਪੋਰਟੈਂਟ ਮੋਡੈਲਿਟੀ ਹੈ, ਫੋਲੋਡ ਬਾਏ ਲੰਗ ਫੰਕਸ਼ਨ ਟੈਸਟਿੰਗ। ਜਿਸ ਨੂੰ ਪਲਮਨਰੀ ਫੰਕਸ਼ਨ ਟੈਸਟਿੰਗ ਕਰਦੇ ਹਾਂ ਉਹਦੇ ਅਸੀਂ ਦੇਖ ਸਕਦੇ ਹਾਂ ਕਿ ਲੰਗਸ ਦੀ ਫੰਕਸ਼ਨਲ ਕੈਪੈਸਿਟੀ ਕਿੰਨੀ % ਹੈਗੀ ਹੈ। ਐਂਡ ਕਈ ਕੇਸਿਸ ਵਿੱਚ ILD ਵੱਖ-ਵੱਖ ILD ਦਾ ਵੱਖ-ਵੱਖ ਟ੍ਰੀਟਮੈਂਟ ਹੈ। ਸੋ ਅਸੀਂ ਸਾਰੇ ILDs ਨੂੰ ਬ੍ਰੌਡਲੀ ਕੋ ਕੈਟੇਗਰੀ ਲੇਬਲ ਨਹੀਂ ਕਰ ਸਕਦੇ। ਸੋ ਉਹਦੇ ਵਾਸਤੇ ਕਈ ਕੇਸਿਸ ਸਾਨੂੰ ਬ੍ਰੌਂਕੋਸਕੋਪਿਕ ਬਾਇਓਪਸੀ ਸਾਨੂੰ ਕਰਨੀ ਪੈਂਦੀ ਹੈ, ਜਿਹਦੇ ਨਾਲ ਅਸੀਂ ਦੂਰਬੀਨ ਨਾਲ ਫੇਫੜੇ 'ਚੋਂ ਸੈਂਪਲ ਲੈ ਕੇ ਉਹਨੂੰ ਟੈਸਟ ਕਰੀਦਾ ਕਿ ਕਿਸ ਕਿਸਮ ਦੀ ILD ਹੈ ਤੇ ਜਿਸ ਕਿਸਮ ਦੀ ILD ਉਸ ਤਰ੍ਹਾਂ ਦਾ ਅਸੀਂ ਟ੍ਰੀਟਮੈਂਟ ਕਰ ਸਕਦੇ ਹਾਂ। ਸੋ ਐਕਸਰੇ, CT ਸਕੈਨ, ਬ੍ਰੌਂਕੋਸਕੋਪੀ, PFT, ਇਹ 3-4 ਇਨਵੈਸਟੀਗੇਸ਼ਨ ਐਸੀਆਂ ਜਿਹਦੇ ਨਾਲ ਕਿ ਅਸੀਂ ਕਨਫਰਮ ਕਰ ਸਕਦੇ ਹਾਂ ਕਿ ਕਿਹੜੀ ਕਿਸਮ ਦੀ ILD ਤੇ ਕੀ ਰਾਈਟ ਟ੍ਰੀਟਮੈਂਟ ਹੈ ਪੇਸ਼ੈਂਟ ਵਾਸਤੇ। ਸੋ ILD ਦੀਆਂ ਵੀ ਡਿਫਰੈਂਟ ਟਾਈਪਸ ਹੈ ਅੱਗੋਂ? ਹਾਂਜੀ। ਉਹ ਕੀ ਹੈ? ਇੱਕ ਜਿਵੇਂ ਮੈਂ ਦੱਸਿਆ ਸੀ ਕਿ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ, ਠੀਕ ਹੈ, ਜਿਹਦਾ ਸਾਨੂੰ ਕਾਰਨ ਹਜੇ ਨਹੀਂ ਪਤਾ। ਦੂਸਰੀ ਕਨੈਕਟਿਵ ਟਿਸ਼ੂ ਰਿਲੇਟਡ ILDs, ਜਿਵੇਂ ਗੈਂਟੀ ਦੇ ਪੇਸ਼ੈਂਟ ਵਿੱਚ, SLE ਦੇ ਪੇਸ਼ੈਂਟ ਵਿੱਚ ਲੰਗ ਸ਼ਰਿੰਕ ਕਰ ਜਾਂਦੇ ਨੇ। ਥਰਡ ਹਾਈਪਰ ਸੈਂਸਿਟਿਵ ਨਿਊਮੋਨਾਈਟਿਸ, ਜਿਹੜੇ ਕਿ ਪਕਸ਼ੀਆਂ ਦੇ ਡ੍ਰੌਪਿੰਗਸ ਤੋਂ ਐਲਰਜੀ ਹੋਣ ਕਰਕੇ ਹੋ ਸਕਦੀ ਹੈ। ਸਾਰਕੋਡੋਸਿਸ, ਦੈਨ ਆਕੂਪੇਸ਼ਨਲ ILDs, ਜਿਹੜੇ ਕਿ ਕਿਸੇ ਕੋਲ ਮਾਈਨ ਦੇ ਵਿੱਚ ਜਾਂ ਸੈਂਡ ਮਾਈਨ ਦੇ ਵਿੱਚ ਕੰਮ ਕਰਦੇ ਨੇ ਜਾਂ ਕਿਸੇ ਕੈਮੀਕਲ ਇੰਡਸਟਰੀ ਕੰਮ ਕਰਦੇ ਨੇ। ਸੋ ਬ੍ਰੌਡਲੀ ਇਸ ਤਰ੍ਹਾਂ ਦੀ ਕੈਟੇਗਰੀਜ਼ ILDs ਲੇਬਲ ਕੀਤੀਆਂ ਗਈਆਂ। ਤੇ ਕੀ ਇਹ ਡਾਕਟਰ ਸਾਹਿਬ ਜਿਵੇਂ ਪ੍ਰੋਗਰੈਸਿਵ ਤੁਸੀਂ ਦੱਸਿਆ ਡਿਜ਼ੀਜ਼ ਚੱਲਦੀ ਹੈ ਤੇ ਇਹਦਾ ਇਲਾਜ ਕਰ ਸਕਦੇ ਹਾਂ, ਅਸੀਂ ਠੀਕ ਕਰ ਸਕਦੇ ਹਾਂ ਪੇਸ਼ੈਂਟ? ਇਹਦੀ ਕੁਝ ਕੈਟੇਗਰੀਜ਼ ਜਿਵੇਂ ਕਿ IPF ਹੈ। IPF ਸਭ ਤੋਂ ਅਗਰੈਸਿਵ ਇਡੀਓਪੈਥਿਕ ਮੰਨੀ ਗਈ ਹੈ ILD। ਇਹਦੇ ਵਿੱਚ ਟ੍ਰੀਟਮੈਂਟਸ ਅਵੇਲੇਬਲ ਹੈਗੇ ਨੇ। ਨਾਓ ਇਟ ਡਿਪੈਂਡਸ ਕਿ ਕਿਸ ਸਟੇਜ 'ਤੇ ਤੁਹਾਡੇ ਕੋਲ ਪੇਸ਼ੈਂਟ ਆ ਰਿਹਾ। ਸੋ ਜੇਕਰ ਤਾਂ ਪੇਸ਼ੈਂਟ ਤੁਹਾਡੇ ਕੋਲ ਅਰਲੀ ਸਟੇਜ 'ਤੇ ਆ ਰਿਹਾ ਜਿੱਥੇ ਕਿ ILD ਦੀ ਸ਼ੁਰੂਆਤ ਹੈ, ਲੰਗ ਸ਼ਰਿੰਕੇਜ ਦੀ ਸ਼ੁਰੂ ਹੋਈ ਹੈ, ਤਾਂ ਅਸੀਂ ਮੈਡੀਸਿਨਸ, ਮੇਨ ਸਟੇ ਮੈਡੀਸਿਨਸ ਰਹਿੰਦੀਆਂ ਐਂਟੀਫਾਈਬਰੋਟਿਕਸ ਜਾਂ ਸਟੀਰੋਇਡਸ ਜਾਂ ਥਰਡ ਕੈਟੇਗਰੀ ਆਉਂਦੀ ਇਮਿਊਨੋਸਪ੍ਰੈਸਿਵ ਏਜੰਟਸ। ਜੇਕਰ ਤਾਂ ਅਰਲੀ ਸਟੇਜ 'ਤੇ ਡਾਇਗਨੋਸ ਕਰਕੇ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ ਤੇ ਬਹੁਤ ਵਾਰੀ ਅਸੀਂ ਪੇਸ਼ੈਂਟਸ ਦੀ ILDs ਨੂੰ ਰਿਵਰਸ ਵੀ ਕਰ ਸਕਦੇ ਹਾਂ ਤੇ ਜਾਂ ਉਹਨੂੰ ਫਰਦਰ ਪ੍ਰੋਗਰੈਸ ਕਰਨ ਤੋਂ ਬਚਾ ਸਕਦੇ ਹਾਂ ਜਾਂ ਉਹਦੀ ਪ੍ਰੋਗਰੈਸ਼ਨ ਨੂੰ ਸਲੋ ਕਰ ਸਕਦੇ ਹਾਂ ਤਾਂ ਕਿ ਇੱਕ ਪੇਸ਼ੈਂਟ ਨੂੰ ਅਸੀਂ ਸਿੰਪਟਮ ਫ੍ਰੀ ਅੱਛੀ ਲਾਈਫ ਦੇ ਸਕੀਏ ਈਵਨ ਆਫਟਰ ਡਾਇਗਨੋਸਿਸ। ਬਟ ਬਹੁਤ ਵਾਰੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਕਿ ਜਿਨ੍ਹਾਂ ਨੇ ਟਾਈਮ ਸਿਰ ਆਪਣਾ ਇਨਵੈਸਟੀਗੇਟ ਨਹੀਂ ਕਰਾਇਆ, ਡਾਇਗਨੋਸਿਸ ਨਹੀਂ ਕਰਵਾਇਆ। ਸੋ ਦੇ ਕਮ ਐਟ ਅ ਸਟੇਜ ਜਦੋਂ ਆਲਰੇਡੀ ਉਹਨਾਂ ਦੇ ਲੰਗ ਸ਼ਰਿੰਕ ਹੋ ਚੁੱਕੇ ਹੁੰਦੇ ਨੇ, ਆਕਸੀਜਨ ਡਿਪੈਂਡੈਂਸੀ ਬਣ ਚੁੱਕੀ ਹੁੰਦੀ ਹੈ। ਸੋ ਇੱਕ ਵਾਰੀ ਲੰਗ ਜਿਹੜੇ ਸ਼ਰਿੰਕ ਕਰ ਗਏ ਉਹਨਾਂ ਵਾਸਤੇ ਅਜੇ ਤੱਕ ਕੋਈ ਐਸੀ ਮੈਡੀਸਿਨ ਨਹੀਂ ਬਣੀ ਜਿੰਨਾ ਕਿਸੇ ਲੰਗਸ ਨੂੰ ਰਿਵਰਸ ਕਰ ਸਕੀਏ। ਸੋ ਟਾਈਮਲੀ ਡਾਇਗਨੋਸਿਸ ਨਾਲ ਡੈਫੀਨੇਟਲੀ ਪੇਸ਼ੈਂਟ ਦੀ ਡਿਜ਼ੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ। ਬਟ ਜਿਹੜੇ ਲੇਟ ਸਟੇਜ 'ਤੇ ਆਉਂਦੇ ਨੇ ਉਹਨਾਂ ਵਿੱਚ ਆਕਸੀਜਨ ਇਜ਼ ਦ ਓਨਲੀ ਸਪੋਰਟ ਵਿਚ ਕੈਨ ਬੀ ਗਿਵਨ ਇਹੋ ਜਿਹੇ ਪੇਸ਼ੈਂਟਸ ਵਾਸਤੇ। ਤੋ ਇਹਦੀ ਐਵਰੇਜ ਇੱਕ ਪੇਸ਼ੈਂਟ ਨੂੰ ਅੱਜ ਡਾਇਗਨੋਸਿਸ ਬਣਾ ਲਿਆ ਸੀ ਵੀ ਇਹਨੂੰ ILD ਹੈ, ਤੋ ਵਾਟ ਇਜ਼ ਦੀ ਐਵਰੇਜ ਲਾਈਫ ਐਕਸਪੈਕਟੈਂਸੀ? ਜਦੋਂ ਅਸੀਂ ਵੀ ILDs ਬਹੁਤ ਸਾਰੀ ਬਿਮਾਰੀਆਂ ਜਿਹੜੀਆਂ ਟਾਈਮ ਦੇ ਨਾਲ ਇਵੋਲਵ ਕਰ ਰਹੇ ਨੇ ਟ੍ਰੀਟਮੈਂਟਸ, ਜਦੋਂ ਅਸੀਂ ਵੀ ਆਪਣੇ MDs ਦੇ ਵਿੱਚ IPF ਡਿਜ਼ੀਜ਼ ਬਾਰੇ ਪੜ੍ਹਿਆ ਤੇ ਕਹਿੰਦੇ ਸੀ ਕਿ ਇੱਕ ਵਾਰੀ ਪੇਸ਼ੈਂਟ ਜਿਹੜਾ IPF ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਡਾਇਗਨੋਸ ਹੋ ਗਿਆ, ਉਹਦਾ ਲਾਈਫ ਸਪੈਨ ਅਰਾਊਂਡ 2 to 3 years ਹੈ ਫਰੋਮ ਦ ਡੇਟ ਆਫ ਡਾਇਗਨੋਸਿਸ। ਬਟ ਵਿਦ ਦ ਕਰੰਟਲੀ ਅਵੇਲੇਬਲ ਟ੍ਰੀਟਮੈਂਟ ਜੋ ਸਾਡੇ ਕੋਲ ਹੈ, ਵੀ ਹੈਵ ਸੋ ਮੈਨੀ ਪੇਸ਼ੈਂਟਸ ਜਿਹੜੇ ਡਾਇਗਨੋਸਿਸ ਤੋਂ 10 ਸਾਲ 15 ਸਾਲ ਦੀ ਏਜ ਤੱਕ ਵੀ ਆਫਟਰ ਡਾਇਗਨੋਸਿਸ ਦੇ ਆਰ ਸਰਵਾਈਵਿੰਗ। And then again it will depend ਕਿ patient ਤੁਹਾਡੇ ਕੋਲ ਕਿਸ ਸਟੇਜ 'ਤੇ ਆ ਰਿਹਾ। ਜੇਕਰ ਅਰਲੀ ਸਟੇਜ 'ਤੇ ਆ ਰਿਹਾ ਤਾਂ ਪੇਸ਼ੈਂਟ ਦੀ ਲਾਈਫ ਸਪੈਨ ਕੈਨ ਬੀ ਐਜ਼ ਨੋਰਮਲ ਐਜ਼ ਐਨੀਬਡੀ ਐਲਸ ਜੇਕਰ ਟਾਈਮ 'ਤੇ ਟ੍ਰੀਟਮੈਂਟ ਸ਼ੁਰੂ ਹੋ ਗਿਆ। ਤੇ ਦੈਨ ਦੇਰ ਆਰ ਸਰਟਨ ਨੋਨ ਰਿਸਪੌਂਡਰਸ ਕਿ ਕਈ ਪੇਸ਼ੈਂਟਸ ਨੂੰ ਟ੍ਰੀਟਮੈਂਟ ਨਾਲ ਬੜਾ ਅੱਛਾ ਰਿਸਪੌਂਸ ਆਉਂਦਾ ਹੈ ਬਟ ਕਈ ਪੇਸ਼ੈਂਟ ਟ੍ਰੀਟਮੈਂਟ ਦੇ ਬਾਵਜੂਦ ਵੀ ਉਹਨਾਂ ਦੀ ਬਿਮਾਰੀ ਪ੍ਰੋਗਰੈਸ ਕਰਦੀ ਰਹਿੰਦੀ ਹੈ। ਸੋ ਬਟ ਮੇਨ ਸਟੇ ਇਹੀ ਹੈ ਕਿ ਜਿੰਨਾ ਅਸੀਂ ਟਾਈਮਲੀ ਡਾਇਗਨੋਸ ਕਰਕੇ ਟ੍ਰੀਟਮੈਂਟ ਸ਼ੁਰੂ ਕਰਾਂਗੇ ਉਹਨਾਂ ਅਸੀਂ ਲਾਈਫ ਐਕਸਪੈਕਟੈਂਸੀ ਤੇ ਰਿਸਪੌਂਸ ਬੈਟਰ ਐਕਸਪੈਕਟ ਕਰ ਸਕਦੇ ਹਾਂ। ਕਰੈਕਟ। ਤੇ ਇਹ ਡਾਕਟਰ ਸਾਹਿਬ ਇਹਦੀ ਜਿਵੇਂ ਤੁਸੀਂ ਦੱਸਿਆ ਕਿ ਇਡੀਓਪੈਥਿਕ ਦੇ ਉਹਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਉਹ ਤੇ ਦੈਟ ਇਜ਼ ਇਡੀਓਪੈਥਿਕ।
ਪਰ ਜਿਹੜੀਆਂ ਬਾਕੀ ਜਿਹੜੀਆਂ ਟਾਈਪਸ ਤੁਸੀਂ ਦੱਸੀਆਂ ਉਹਦੇ ਵਿੱਚ ਤੁਸੀਂ ਪ੍ਰੀਵੈਂਸ਼ਨ ਐਡਵਾਈਸ ਕਰਦੇ ਹੋ ਪੇਸ਼ੈਂਟਸ ਨੂੰ ਅਕੋਰਡਿੰਗ ਟੂ ਦ ਟਾਈਪ? There are ILDs which are smoking related ILDs. So firstly, smoking is something, I think 50% lungs ਦੀ ਬਿਮਾਰੀਆਂ COPD ਤੋਂ ਲੈ ਕੇ ਲੰਗ ਕੈਂਸਰ ਤੇ ILDs ਜਿਹੜੀ ਸਮੋਕਿੰਗ ਰਿਲੇਟਡ ਹੈ। ਸੋ ਫਸਟਲੀ ਸਮੋਕਿੰਗ ਨੂੰ ਬੰਦ ਕਰਨਾ ਜਾਂ ਅਵੋਇਡ ਕਰਨਾ ਇਜ਼ ਵਨ ਆਫ ਦ ਬਿਗੇਸਟ ਪ੍ਰੀਵੈਂਸ਼ਨ ਫॉर ਐਨੀ ਟਾਈਪ ਆਫ ਲੰਗ ਡਿਜ਼ੀਜ਼। ਸੈਕੰਡ, ਐਨਵਾਇਰਨਮੈਂਟਲ ਪੋਲਿਊਸ਼ਨ। ਸੋ ਐਨਵਾਇਰਨਮੈਂਟਲ ਪੋਲਿਊਸ਼ਨ ਸਾਡੇ ਆਸ ਪਾਸ ਵੱਧ ਰਹੀ ਹੈ। ਵੀ ਹੈਵ ਟੂ ਹੈਵ ਅ ਵੈਰੀ ਫਰੈਂਡਲੀ ਐਨਵਾਇਰਨਮੈਂਟ ਕਿ ਜਿੰਨੀ ਅਸੀਂ ਪੋਲਿਊਸ਼ਨ ਘੱਟ ਰੱਖਾਂਗੇ ਉਨੀ ਇੰਸੀਡੈਂਸ ਘਟੇਗਾ। ਥਰਡ, there are certain allergies we say ਕਿ ਘਰ ਦੇ ਵਿੱਚ we should not allow pets ਜਾਂ pigeons ਜਾਂ ਕਿਸ ਤਰ੍ਹਾਂ ਦੇ ਬਰਡਸ ਹੈਗੇ ਨੇ ਉਹ ਘਰ ਦੇ ਅੰਦਰ ਅਲਾਉ ਨਹੀਂ ਕਰਨੇ ਚਾਹੀਦੇ ਬਿਕੋਜ਼ ਉਹਨਾਂ ਕੋਲੋਂ ਜਿਹੜੇ ਉਹਨਾਂ ਦੇ ਡੈਂਡਰਸ ਹੁੰਦੇ ਨੇ ਜਾਂ ਡ੍ਰੌਪਿੰਗਸ ਹੁੰਦੀਆਂ ਉਹਨਾਂ 'ਚ ਕੁਝ ਐਸੇ ਪਾਰਟੀਕਲਸ ਹੁੰਦੇ ਨੇ ਜਿਹੜੇ ਐਲਰਜੀਜ਼ ਕਾਜ਼ ਕਰ ਸਕਦੇ ਨੇ। ਸੋ ਇਫ ਯੂ ਆਰ ਫੌਂਡ ਆਫ ਪੈਟਸ ਐਂਡ ਸਚ ਟਾਈਪ ਆਫ ਬਰਡਸ ਦੇ ਸ਼ੁੱਡ ਬੀ ਕੈਪਟ ਆਪਣੇ ਹਾਊਸ ਦੇ ਪ੍ਰੈਮਿਸਿਸ ਤੋਂ ਬਾਹਰ ਰੱਖੋ, ਅੰਦਰ ਅਵੋਇਡ ਕਰਨੇ ਚਾਹੀਦੇ ਹੈਗੇ ਨੇ। ਸੋ ਐਂਡ ਜ਼ਿਆਦਾ ਘਰ ਦੇ ਅੰਦਰ ਇਨਸੈਕਟੀਸਾਈਡਸ, ਪੈਸਟੀਸਾਈਡਸ ਜਿਹੜੇ ਕੈਮੀਕਲਸ ਹੈ ਇਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈਗੀ ਹੈ ਤਾਂ ਕਿ ਦੀਜ਼ ਆਰ ਦ ਪ੍ਰੀਵੈਂਸ਼ਨਸ ਜੋ ਅਸੀਂ ਕਰ ਸਕਦੇ ਹਾਂ। ਅਤੇ ਜੇਕਰ ਕੋਈ ਐਸੀ ਇੰਡਸਟਰੀ ਵਿੱਚ ਕੰਮ ਕਰ ਰਿਹਾ ਜਿੱਥੇ ਰੈਗੂਲਰ ਕੈਮੀਕਲ ਐਕਸਪੋਜਰ ਹੈ ਜਾਂ ਕੋਲ ਜਾਂ ਸੈਂਡ ਦਾ ਐਕਸਪੋਜਰ ਹੈ ਉੱਥੇ ਵਰਕਰਸ ਦਾ ਐਨੂਅਲ ਸਕਰੀਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਜੇਕਰ ਉਹਨਾਂ ਦੀ ਡਿਜ਼ੀਜ਼ ਕਿਸੇ ਵੀ ਡਿਵੈਲਪ ਹੋ ਰਹੀ ਹੈ ਉਹਨੂੰ ਅਰਲੀ ਟਾਈਮ 'ਤੇ ਅਸੀਂ ਉਹਨੂੰ ਉਸ ਇੰਡਸਟਰੀ 'ਚੋਂ ਬਾਹਰ ਕਰ ਸਕੀਏ ਬਿਕੋਜ਼ ਲੰਗ ਇੱਕ ਵਾਰੀ ਫਾਈਬਰੋਸ ਹੋ ਗਿਆ ਉਹ ਰਿਵਰਸ ਨਹੀਂ ਹੁੰਦਾ। ਬਹੁਤ ਹੀ ਇੰਪੋਰਟੈਂਟ ਮੈਸੇਜ ਡਾਕਟਰ ਸਾਹਿਬ ਨੇ ਦਿੱਤਾ ਹੈ ਕਿ ਖਾਸ ਤੌਰ 'ਤੇ ਉਹਨਾਂ ਵਰਕਰਸ ਦੇ ਲਈ ਜਿਹੜੇ ਇਹੋ ਜਿਹੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ। ਸੋ ਆਪਣਾ ਐਨੂਅਲ ਚੈੱਕਅਪ ਤੁਹਾਨੂੰ ਵੈਸੇ ਤੁਹਾਡੀ ਫੈਕਟਰੀ ਨੂੰ ਕਰਾਉਣਾ ਚਾਹੀਦਾ ਹੈ, ਤੁਸੀਂ ਆਪ ਵੀ ਕਿਉਂਕਿ ਤੁਹਾਡੀ ਆਪਣੀ ਸਿਹਤ ਹੈ ਜ਼ਰੂਰ ਕਰਾਓ ਐਂਡ ਸਪੈਸ਼ਲਿਸਟ ਡਾਕਟਰ ਕੋਲੋਂ ਕਰਾਉਣਾ ਹੈ ਐਂਡ ਤਾਂ ਜੋ ਤੁਹਾਨੂੰ ਟਾਈਮ ਸਿਰ ਉਹ ਐਡਵਾਈਸ ਦੇ ਸਕਣ ਕਿ ਕਦੋਂ ਤੱਕ ਤੁਸੀਂ ਇਸ ਇੰਡਸਟਰੀ 'ਚ ਕੰਮ ਕਰ ਸਕਦੇ ਹੋ। ਮੇ ਬੀ ਕਿ ਤੁਹਾਨੂੰ ਆਪਣਾ ਪ੍ਰੋਫੈਸ਼ਨ ਜਿਹੜਾ ਵਾ ਉਹ ਕੰਮ ਜਿਹੜਾ ਬਦਲਣਾ ਵੀ ਪੈ ਸਕਦਾ। ਬਹੁਤ ਹੀ ਇੰਪੋਰਟੈਂਟ ਮੈਸੇਜ ਇਹ ਆਪਣੇ ਪੱਲੇ ਬੰਨ੍ਹ ਲਓ ਐਂਡ ਇਹਨੂੰ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਕਿਉਂਕਿ ਜਦੋਂ ਇਹ ਇਰਰਿਵਰਸਿਬਲ ਫਾਰਮ 'ਚ ਚਲੀ ਜਾਂਦੀ ਹੈ ਫਿਰ ਇਟ ਇਜ਼ ਵੈਰੀ ਡਿਫੀਕਲਟ, ਬੜਾ ਔਖਾ ਇਹ ਕੰਮ ਸਾਰੇ ਘਰਦਿਆਂ ਲਈ ਵੀ ਕਾਫੀ ਮੁਸ਼ਕਿਲ ਹੁੰਦਾ। ਅਤੇ ਡਾਕਟਰ ਸਾਹਿਬ ਇਹਨੂੰ ਟਰੀਟਮੈਂਟ ਦੇ ਨਾਲ ਤੁਸੀਂ ਬੜੇ ਚੰਗੇ ਢੰਗ ਨਾਲ ਦੱਸਿਆ ਕਿ ਇਹਨੂੰ ਅਸੀਂ ਲਾਈਫ ਨੂੰ ਪ੍ਰੋਲੋਂਗ ਕਰ ਸਕਦੇ ਹਾਂ, ਇਹਨੂੰ ਅਸੀਂ ਠੀਕ ਕਰ ਸਕਦੇ ਹਾਂ ਪ੍ਰੋਬਲਮ ਨੂੰ? ਕੁਛ ILDs ਰਿਵਰਸੀਬਲ ਹੁੰਦੀਆਂ ਲਾਈਕ ਜਿਵੇਂ ਸਾਰਕੋਇਡੋਸਿਸ ਹੈ, ਇੱਕ NSAP ਟਾਈਪ ਆਫ ILD ਹੈ ਜਿਹੜੇ ਕਿ ਸਟਰੋਇਡ ਰਿਸਪੋਂਸਿਵ ਹੁੰਦੀਆਂ। ਤੁਸੀਂ ਮੈਡੀਸਿਨ ਦਿਓ ਅਤੇ ਕੁਛ ਦੇਰ ਦੇ ਵਿੱਚ ਉਹਦੇ ਸਿੰਪਟਮ ਜਾਂ ਜੋ ਚੇਂਜਿਸ ਔਨ ਦਾ CT ਸਕੈਨ ਹੈਗੇ ਨੇ ਉਹ ਵੀ ਰਿਵਰਸ ਕਰ ਜਾਂਦੇ ਨੇ। ਬਟ ਮੈਜੋਰਿਟੀ ILDs ਕੈਨ ਬੀ ਕੰਟਰੋਲਡ ਬਟ ਦੇ ਕੈਨੋਟ ਬੀ ਕਿਉਰਡ। ਬਹੁਤ ਟਾਈਮ ਪੇਸ਼ੈਂਟ ਨੂੰ ਲਾਈਫ ਲੌਂਗ ਥੋੜ੍ਹਾ ਬਹੁਤ ਟਰੀਟਮੈਂਟ ਲੈਣਾ ਪੈਂਦਾ ਤਾਂ ਕਿ ਡਿਜ਼ੀਜ਼ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਐਂਡ ਡਾਕਟਰ ਸਾਹਿਬ ਜਿਵੇਂ ਹੁਣ ਬੜੀ ਸਾਡੀ ਸਾਇੰਸ ਐਡਵਾਂਸ ਹੋ ਗਈ, ਲੰਗ ਟ੍ਰਾਂਸਪਲਾਂਟ ਤੱਕ ਵੀ ਆ ਗਿਆ ਅਤੇ ਇਹ ਇਜ਼ ਇਟ ਫੀਜ਼ੀਬਲ ਲੰਗ ਟ੍ਰਾਂਸਪਲਾਂਟ ਇਹਨਾਂ ਪੇਸ਼ੈਂਟਸ ਦੇ ਵਿੱਚ? ਲੰਗ ਟ੍ਰਾਂਸਪਲਾਂਟ ਇੱਕ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਜਿਹੜਾ ਕਿ ਇਵੋਲਵ ਕਰ ਰਿਹਾ। ਬਾਹਰਲੀ ਕੰਟਰੀਜ਼ ਜਪਾਨ ਐਂਡ ਅਮੈਰੀਕਾ ਇੱਥੇ ਦਾ ਲੰਗ ਟ੍ਰਾਂਸਪਲਾਂਟ ਕਾਫੀ ਫਰੀਕੁਐਂਟਲੀ ਹੋ ਰਹੇ ਨੇ। ਇੰਡੀਆ ਦੇ ਵਿੱਚ ਇਹ ਇੱਕ ਪ੍ਰੋਗਰਾਮ ਇਵੋਲਵਿੰਗ ਸਟੇਜ 'ਤੇ ਹੈ ਐਂਡ ਲੰਗ ਟ੍ਰਾਂਸਪਲਾਂਟ ਇਜ਼ ਸਿਰਫ ਇਹੀ ਇੱਕ ਤਰੀਕਾ ਹੈ ਜਿਹੜਾ ਦੀ ਐਂਡ ਸਟੇਜ ਲੰਗ ਡਿਜ਼ੀਜ਼ ਹੋ ਚੁੱਕੀ ਹੈ, ਐਂਡ ਸਟੇਜ ਲੰਗ ਫਾਈਬਰੋਸਿਸ ਮਤਲਬ ਲੰਗਸ ਬਚੇ ਹੀ ਨਹੀਂ ਕਿ ਆਕਸੀਜਨ ਵੀ ਡਿਪੈਂਡੈਂਸੀ ਆ ਗਈ ਹੈ। ਸੋ ਲੰਗ ਟ੍ਰਾਂਸਪਲਾਂਟ ਇਹੋ ਜਿਹੇ ਪੇਸ਼ੈਂਟਸ ਦੇ ਵਿੱਚ ਡੈਫੀਨੇਟਲੀ ਹੈਲਪ ਕਰ ਸਕਦਾ ਹੈ ਬਟ ਅਜੇ ਇੰਡੀਆ ਦੇ ਵਿੱਚ ਅਵੇਲੇਬਿਲਿਟੀ ਆਫ ਡੋਨਰ ਲੰਗਸ ਇੱਕ ਬਹੁਤ ਵੱਡਾ ਚੈਲੰਜ ਹੈ। ਸੋ ਜੇਕਰ ਲੰਗ ਟ੍ਰਾਂਸਪਲਾਂਟ ਵਿੱਚ ਏਜ ਗਰੁੱਪ ਸੈੱਟ ਕੀਤਾ ਇੰਡੀਆ ਵਿੱਚ ਅੱਪਰ ਬਾਰ 65 ਈਅਰਸ ਹੈਗੀ ਹੈ। ਸੋ 65 ਈਅਰਸ ਉੱਪਰ ਵਾਲੇ ਪੇਸ਼ੈਂਟ ਵਿੱਚ ਲੰਗ ਟ੍ਰਾਂਸਪਲਾਂਟ ਪ੍ਰੋਗਰਾਮ ਨਹੀਂ ਹੋ ਸਕਦਾ। ਉਸ ਤੋਂ ਥੱਲੇ ਵਾਲੇ ਪੇਸ਼ੈਂਟ ਜਿਹੜੇ ਨੇ ਜਿਹੜੇ ਲੰਗ ਟ੍ਰਾਂਸਪਲਾਂਟ ਸੈਂਟਰਸ ਹੈਗੇ ਨੇ ਉੱਥੇ ਜਾ ਕੇ ਦੇ ਕੈਨ ਬੀ ਅਸੈਸਡ ਫॉर ਦ ਫਿਟਨੈਸ। ਤਾਂ ਜਿਹੜੇ ਫਿੱਟ ਹੋਣ ਲੰਗ ਟ੍ਰਾਂਸਪਲਾਂਟ ਵਾਸਤੇ ਉਹਨਾਂ 'ਤੇ ਵੇਟਿੰਗ ਪੀਰੀਅਡ ਲੱਗਦਾ। ਇਹ ਵੇਟਿੰਗ ਪੀਰੀਅਡ ਵਿੱਚ 6 ਮਹੀਨੇ ਸਾਲ ਦਾ ਕਈ ਵਾਰੀ ਵੇਟਿੰਗ ਪੀਰੀਅਡ ਹੁੰਦਾ। ਵਾਂਸ ਤੇ ਡੋਨਰ ਇਜ਼ ਅਵੇਲੇਬਲ ਫਿਰ ਉਹਨਾਂ ਪੇਸ਼ੈਂਟ ਲੰਗ ਟ੍ਰਾਂਸਪਲਾਂਟ ਕੀਤਾ ਜਾ ਸਕਦਾ। ਪ੍ਰੈਜ਼ੈਂਟਲੀ ਲੰਗ ਟ੍ਰਾਂਸਪਲਾਂਟ ਦਾ ਸਰਵਾਈਵਲ ਰੇਟ ਔਰ 5 ਈਅਰ ਸਰਵਾਈਵਲ ਰੇਟ 50% ਦੇ ਆਸ-ਪਾਸ ਹੀ ਮੰਨਿਆ ਗਿਆ ਇੰਡੀਆ ਦੇ ਵਿੱਚ, ਨਾਟ ਬਿਯੋਂਡ ਇਟ ਐਂਡ ਇਟ ਇਜ਼ ਅ ਵੈਰੀ ਕਾਸਟਲੀ ਅਫੇਅਰ। ਤੁਸੀਂ ਮੰਨਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਲੰਗ ਟ੍ਰਾਂਸਪਲਾਂਟ ਪ੍ਰੋਗਰਾਮ ਕਾਮਨ ਹੋਏਗਾ ਐਂਡ ਇਟ ਕੈਨ ਹੈਲਪ ਦੋਜ਼ ਪੇਸ਼ੈਂਟਸ ਜਿਨ੍ਹਾਂ ਵਿੱਚ ਆਲਰੇਡੀ ਲੰਗਸ ਕਾਫੀ ਫਾਈਬਰੋਜ਼ ਹੋ ਚੁੱਕੇ ਨੇ ਅਤੇ ਆਕਸੀਜਨ ਡਿਪੈਂਡੈਂਸੀ ਬਣ ਚੁੱਕੀ ਹੈ। ਅਤੇ ਇਹ ਡਾਕਟਰ ਸਾਹਿਬ ਲੰਗ ਅਤੇ ਕੈਟਾਗਰੀ ਕੀ ਹੁੰਦਾ ਹੈ?
हाँ जी, ਇਹਦੇ ਵਿੱਚ ਕੈਡੇਵਰਿਕ ਲੰਗ ਨਹੀਂ ਸਰ ਯੂਜ਼ ਹੁੰਦਾ। ਜੇ ਕਿ ਪੇਸ਼ੈਂਟ ਬ੍ਰੇਨ ਡੈਡ ਹੁੰਦੇ ਨੇ ਉਹਨਾਂ ਵਿੱਚ ਆਰਗਨ ਟ੍ਰਾਂਸਪਲਾਂਟ ਲਿਆ ਜਾਂਦਾ। ਲਾਈਕ ਕੋਈ ਪੇਸ਼ੈਂਟ ਦਾ ਐਕਸੀਡੈਂਟ ਹੋ ਗਿਆ, ਸਾਨੂੰ ਪਤਾ ਕਿ ਪੇਸ਼ੈਂਟ ਇਜ਼ ਨਾਟ ਗੋਇੰਗ ਟੂ ਸਰਵਾਈਵ, ਉਹਦਾ ਬ੍ਰੇਨ ਡੈਡ ਹੋ ਚੁੱਕਾ ਹੈਗਾ, ਬਟ ਉਹਦਾ ਜਿਹੜੇ ਬਾਕੀ ਆਰਗਨਸ ਹਾਲੇ ਕੰਮ ਕਰ ਰਹੇ ਨੇ। ਸੋ ਉਹਦੇ ਵਿੱਚੋਂ ਦੀ ਦੇਰ ਆਰ ਵੇਜ਼, ਜਿੱਦਾਂ ਕਿ ਏਅਰ ਐਂਬੂਲੈਂਸ ਦੇ ਥਰੂ ਇੱਕ ਰਿਸੀਪੀਐਂਟ ਹੋ ਗਿਆ, ਇੱਕ ਡੋਨਰ ਹੋ ਗਿਆ। ਸੋ ਐਕਸੀਡੈਂਟ ਕਿਤੇ ਵੀ ਹੋ ਸਕਦਾ। ਸਪੋਜ਼ ਚੰਡੀਗੜ੍ਹ ਵਿੱਚ ਐਕਸੀਡੈਂਟ ਹੋਇਆ ਤੇ ਜਿਹੜਾ ਰਿਸੀਪੀਐਂਟ ਹੈਗਾ ਉਹ ਹੈਦਰਾਬਾਦ ਬੈਠਾ। ਸੋ ਇੱਕ ਬੜਾ ਹੀ ਵੱਡਾ ਇੱਕ ਸਿਸਟਮ ਹੈ ਜਿਹਦੇ ਥਰੂ ਟੀਮ ਆਫ ਸਰਜਨਸ ਆਉਂਦੀ ਹੈ ਫਰੋਮ ਦਾ ਰਿਸੀਪੀਐਂਟ ਸੈਂਟਰ, ਉੱਥੇ ਆ ਕੇ ਓਪਰੇਟ ਕਰਕੇ ਉਤੋਂ ਹੀ ਜਿਹੜਾ ਡੋਨਰ ਪੇਸ਼ੈਂਟ ਹੈਗਾ ਉਹਦੀ ਬੋਡੀ 'ਚੋਂ ਲੰਗਸ ਨੂੰ ਕੱਢ ਕੇ ਇੱਕ ਕੈਮੀਕਲ ਦੇ ਵਿੱਚ ਪ੍ਰੀਜ਼ਰਵ ਕਰਕੇ ਵਿਦਿਨ ਆਵਰਸ ਉਹ ਟਰਾਂਸਪੋਰਟ ਹੁੰਦਾ ਟੂ ਦ ਨੈਕਸਟ ਪਲੇਸ, ਐਂਡ ਉੱਥੇ ਜਿਹੜਾ ਰਿਸੀਪੀਐਂਟ ਪੇਸ਼ੈਂਟ ਹੈ ਉਹਦੇ ਵਿੱਚ ਲੰਗਸ ਨੂੰ ਲਗਾਇਆ ਜਾਂਦਾ। ਸੋ ਇੱਕ ਸਾਇੰਸ ਦੀ ਇੱਕ ਬਹੁਤ ਹੀ ਐਡਵਾਂਸ ਟੈਕਨੋਲੋਜੀ ਹੈ, ਐਂਡ ਵੀ ਫੀਲ ਕਿ ਵਿਦ ਟਾਈਮ ਇਹ ਹੋਰ ਜ਼ਿਆਦਾ ਇਵੋਲਵ ਕਰੇਗੀ। ਇੰਡੀਆ 'ਚ ਕਿਤੇ ਹੋ ਰਿਹਾ? ਇੰਡੀਆ ਦੇ ਵਿੱਚ ਲੰਗ ਟ੍ਰਾਂਸਪਲਾਂਟ ਚੇਨਈ ਤੇ ਹੈਦਰਾਬਾਦ ਤੇ ਰੀਸੈਂਟਲੀ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਸਟਾਰਟ ਕੀਤਾ ਪ੍ਰੋਗਰਾਮ। ਤੇ ਤੁਸੀਂ ਕਿਹਾ ਇਹ ਕਾਫੀ ਕਾਸਟਲੀ ਅਫੇਅਰ ਹੈ, ਕਿੰਨਾ ਕੁ ਪੈਸੇ ਖਰਚ ਹੋ ਜਾਂਦੇ ਉਹਦੇ? ਐਵਰੇਜਲੀ 40 to 50 ਲੱਖ ਇੱਕ ਲੰਗ ਟ੍ਰਾਂਸਪਲਾਂਟ ਪ੍ਰੋਗਰਾਮ ਦੇ ਵਿੱਚ ਕਾਸਟ ਕਰਦਾ। ਤੇ ਸਿੰਗਲ ਲੰਗ ਟ੍ਰਾਂਸਪਲਾਂਟ ਵੀ ਹੁੰਦੇ ਨੇ, ਡਬਲ ਲੰਗ ਟ੍ਰਾਂਸਪਲਾਂਟ ਵੀ ਹੁੰਦੇ ਨੇ। ਸੋ ਬਟ ਐਵਰੇਜਲੀ 50 ਲੱਖ ਦੇ ਆਸ-ਪਾਸ ਇਜ਼ ਅ ਕਾਸਟ ਜੋ ਇਨਵੋਲਵਡ ਹੈਗੀ ਲੰਗ ਟ੍ਰਾਂਸਪਲਾਂਟ ਦੇ ਵਿੱਚ। ਸੋ ਇਹ ਤਾਂ ਬੜਾ ਕਾਫੀ ਚੈਲੰਜਿੰਗ ਕੰਮ ਹੈ। ਰੱਬ ਕਰੇ ਇਹ ਸਾਨੂੰ ਇਸ ਨੌਬਤ 'ਤੇ ਆਉਣਾ ਹੀ ਨਾ ਪਵੇ। ਸਾਨੂੰ ਇਹ ਜਿਹੜੀ ਬਿਮਾਰੀ ਹੈ ਇਹਨੂੰ ਜਦੋਂ ਵੀ ਡਾਇਗਨੋਸਿਸ ਹੋਇਆ ਇਹਨੂੰ ਪ੍ਰੋਪਰਲੀ ਰੈਗੂਲਰ ਫੋਲੋ ਅਪ, ਦੈਟ ਇਜ਼ ਵੈਰੀ ਇੰਪੋਰਟੈਂਟ। ਇਹ ਅਸੀਂ ਨਾ ਆਮ ਤੌਰ 'ਤੇ ਸਾਡੇ ਪੇਸ਼ੈਂਟਸ ਜਿਹੜੇ ਨੇ ਇਹ ਨਹੀਂ ਕਰਦੇ। ਰੈਗੂਲਰ ਫੋਲੋ ਅਪ ਕਰਨਾ, ਪੀਰੀਓਡਿਕ ਫੋਲੋ ਅਪ। ਜਿਵੇਂ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਅਸੀਂ ਗੱਡੀ ਆਪਣੀ ਸਕੂਟਰ ਲਈ ਅਸੀਂ ਬੜੇ ਪਰਟੀਕੂਲਰ ਨਾ ਕਿ ਇਹਦੀ ਸਰਵਿਸ ਡਿਊ ਹੈ, ਉੱਥੇ ਲਾਈਨ ਲੱਗੀ ਹੁੰਦੀ ਹੈ ਸਵੇਰੇ ਆਪਣੀਆਂ ਗੱਡੀਆਂ ਦੇਣ ਦੇ ਲਈ, ਪਰ ਆਪਣੀ ਸਰਵਿਸ ਬਾਰੇ ਅਸੀਂ ਕਦੀ ਨਹੀਂ ਸੋਚਦੇ। ਸੋ ਪੀਰੀਓਡਿਕ ਚੈੱਕਅਪ, ਜਿਵੇਂ ਤੁਸੀਂ ਗੱਡੀ ਦਾ ਟਾਈਮ ਫਿੱਟ ਕੀਤਾ ਹੈ, ਤੁਹਾਨੂੰ ਉਹ ਆਪਣੀ ਮਸ਼ੀਨਰੀ ਦਾ ਚੈੱਕਅਪ ਵੀ ਕਰਾਉਣਾ ਚਾਹੀਦਾ ਤਾਂ ਜੋ ਇਹਦੇ ਨਾਲ ਤੁਸੀਂ ਇਹ ਬਿਮਾਰੀ ਤੋਂ ਜਾਂ ਲੌਂਗ ਟਰਮ ਕੰਪਲੀਕੇਸ਼ਨ ਇਹਦੀਆਂ ਜਿਹੜੀਆਂ ਨੇ ਉੱਥੋਂ ਤੁਹਾਡਾ ਬਚਾਅ ਹੋ ਸਕੇ। ਡਾਕਟਰ ਨਵਨੀਤ, ਮੈਂ ਨਾ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਸਵਾਲ ਪੁੱਛਣਾ ਚਾਹੁੰਦਾ। ਜਿਹੜੇ ਪੇਸ਼ੈਂਟਸ ਇਹ ਆਕਸੀਜਨ ਡਿਪੈਂਡੈਂਟ ਨੇ, ਘਰ ਆਕਸੀਜਨ ਲੈਂਦੇ ਨੇ, ਇਹਨਾਂ ਨੂੰ ਤੁਸੀਂ ਕੀ ਗਾਈਡੈਂਸ ਦੇਣੀ ਚਾਹੋਗੇ? ਕਿਉਂਕਿ ਇਹ ਕੋਈ ਸੌਖਾ ਕੰਮ ਨਹੀਂ ਹੈ। ਸੋ ਇਹਨਾਂ ਨੂੰ ਤੁਸੀਂ ਕੀ ਗਾਈਡੈਂਸ ਦੇਣੀ ਚਾਹੋਗੇ? ਜਿਹੜਾ ਆਕਸੀਜਨ ਸਪਲੀਮੈਂਟਰੀ ਆਕਸੀਜਨ 3 ਤਰੀਕੇ ਨਾਲ ਅਵੇਲੇਬਲ ਹੁੰਦੀ ਹੈ। ਇਜ਼ ਅ ਸਿਲੰਡਰ ਜਿਹੜਾ ਕਿ ਰੈਗੂਲਰਲੀ ਫਿਲ ਅਪ ਕਰਵਾ ਕੇ ਤੇ ਘਰ ਆਕਸੀਜਨ ਯੂਜ਼ ਕਰਦੇ ਨੇ। ਸੈਕੰਡ ਇਜ਼ ਆਕਸੀਜਨ ਕੰਸਨਟ੍ਰੇਟਰ ਮਸ਼ੀਨਸ ਜਿਹੜੀਆਂ ਕਿ ਬਿਜਲੀ ਨਾਲ ਚੱਲਦੀਆਂ। ਐਂਡ ਥਰਡ ਇਜ਼ ਦ ਪੋਰਟੇਬਲ ਆਕਸੀਜਨ ਮਸ਼ੀਨਸ। ਸੋ ਪ੍ਰੈਜ਼ੈਂਟਲੀ ਸਾਡੇ ਵਾਸਤੇ ਇਕੱਲਾ ਸਰਵਾਈਵ ਕਰਨਾ ਇਜ਼ ਨਾਟ ਇਨਫ, ਸਾਨੂੰ ਆਪਣੀ ਕੁਆਲਿਟੀ ਆਫ ਲਾਈਫ ਬਹੁਤ ਜ਼ਿਆਦਾ ਮੈਟਰ ਕਰਦੀ ਹੈਗੀ ਹੈ। ਸੋ ਨਾਰਮਲੀ ਅਸੀਂ ਸਾਰੇ ਪੇਸ਼ੈਂਟ ਨੂੰ ਰਿਕਮੈਂਡ ਕਰਦੇ ਹਾਂ ਕਿ ਜਿਹਨਾਂ ਆਕਸੀਜਨ ਡਿਪੈਂਡੈਂਸੀ ਹੈਗੀ ਹੈ, ਪਹਿਲੇ ਤਾਂ ਇੱਕ ਆਕਸੀਜਨ ਲੈਵਲ 90% ਤੋਂ ਜੇ ਥੱਲੇ ਹੈ ਤਾਂ ਆਕਸੀਜਨ ਜ਼ਰੂਰ ਲਗਾਉਣੀ ਚਾਹੀਦੀ ਹੈ। ਜਿਹੜੇ ਨਹੀਂ ਲਗਾਉਂਦੇ ਅਲਟੀਮੇਟਲੀ ਉਹਦਾ ਹਾਰਟ 'ਤੇ ਇਫੈਕਟ ਹੋ ਜਾਂਦਾ, ਹਾਰਟ ਡਾਇਲੇਟ ਹੋ ਜਾਂਦਾ, ਹੋਰ ਪ੍ਰੋਬਲਮਸ ਆ ਜਾਂਦੀਆਂ। ਸੋ ਦੇ ਮਸਟ ਯੂਜ਼ ਆਕਸੀਜਨ। ਉਹਨੂੰ ਆਕਸੀਜਨ ਨੂੰ ਐਸੇ ਕਿ ਹੁਣ ਤੋਂ ਬਾਅਦ ਆਕਸੀਜਨ ਇਜ਼ ਅ ਲਾਈਫ ਪਾਰਟਨਰ, ਕਿ ਜਿੰਨੀ ਤੁਸੀਂ ਆਕਸੀਜਨ ਲਗਾਓਗੇ ਉਨੀ ਤੁਹਾਡੀ ਲਾਈਫ ਦੀ ਕੁਆਲਿਟੀ ਤੇ ਲਾਈਫ ਉਨੀ ਪ੍ਰੋਲੋਂਗ ਹੋਏਗੀ। ਸੋ ਦੇ ਮਸਟ ਯੂਜ਼ ਆਕਸੀਜਨ। ਘਰ ਦੇ ਵਿੱਚ ਦੇ ਕੈਨ ਯੂਜ਼ ਆਈਦਰ ਅ ਸਿਲੰਡਰ ਔਰ ਅ ਕਨਸਨਟ੍ਰੇਟਰ। ਤੇ ਜੇਕਰ ਉਹਨਾਂ ਨੇ ਆਪਣਾ ਮੂਵ ਕਰਨਾ ਤੇ ਬੈਟਰੀ ਓਪਰੇਟਿਡ ਆਕਸੀਜਨ ਕਨਸਨਟ੍ਰੇਟਰਸ ਆਉਂਦੇ ਨੇ, ਉਹ ਲਗਾ ਕੇ ਲੋਕੀ ਬਾਹਰਲੇ ਮੁਲਕਾਂ ਦੇ ਵਿੱਚ ਉਹ ਲਗਾ ਕੇ ਲੋਕੀ ਐਕਸਰਸਾਈਜ਼ ਵੀ ਕਰਦੇ ਨੇ, ਕੰਮ ਤੇ ਵੀ ਜਾਂਦੇ ਨੇ। ਸੋ ਬਹੁਤ ਵਾਰੀ ਇੱਕ ਸਟਿਗਮਾ ਲੋਕੀ ਸੋਚਦੇ ਨੇ ਮੈਂ ਆਕਸੀਜਨ ਲਗਾ ਕੇ ਕਿਵੇਂ ਜਾ ਸਕਦਾ, ਬਟ ਆਈ ਸੇ ਕਿ ਲੋਕਾਂ ਨੂੰ ਜਿੰਨਾ ਸੁਣਦਾ ਨਹੀਂ ਉਹ ਹੀਅਰਿੰਗ ਏਡਸ ਵੀ ਤਾਂ ਲਗਾਉਂਦੇ ਨੇ। ਤੇ ਜੇਕਰ ਤੁਹਾਨੂੰ ਆਕਸੀਜਨ ਦੀ ਲੋੜ ਹੈਗੀ ਹੈ ਤੁਸੀਂ ਆਕਸੀਜਨ ਲਗਾਓ। ਇਹਦੇ ਨਾਲ ਨਾਲ ਇੱਕ ਹੋਰ ਮੈਂ ਮੈਸੇਜ ਦੇਣਾ ਚਾਹਾਂਗਾ, ਬਹੁਤ ਸਾਰੇ ਆਈਐਲਡੀਜ਼ ਦੇ ਵਿੱਚ ਜੋ ਟ੍ਰੀਟਮੈਂਟ ਇਜ਼ ਵਿਦ ਇਮਿਊਨੋਸਪ੍ਰੈਸੈਂਟਸ ਔਰ ਵਿਦ ਸਟੀਰੋਇਡਸ। ਸਾਡੀ ਜਿਹੜੀ ਪੋਪੂਲੇਸ਼ਨ ਹੈਗੀ ਹੈ ਇਟ ਇਜ਼ ਨਾਓ ਆਈ ਵੁੱਡ ਸੇ ਅਧਪੜ੍ਹ। ਇੱਕ ਹੁੰਦਾ ਅਨਪੜ੍ਹ, ਇੱਕ ਹੁੰਦਾ ਅਧਪੜ੍ਹ। ਸੋ ਵੈਸੇ ਅਧਪੜ੍ਹ ਜਿੰਨੇ ਸਾਡੇ ਕੋਲ ਇੰਟਰਨੈਟ ਹੈ, ਸਭ ਕੁਝ ਗੂਗਲ ਹੈ, ਇਹ ਸਾਨੂੰ ਹਾਫ ਇਨਫੋਰਮੇਸ਼ਨ ਦਿੰਦੀ ਹੈ। ਸੋ ਲੋਕੀ ਅਸੀਂ ਕੋਈ ਵੀ ਮੈਡੀਸਨ ਲਿਖਦੇ ਹਾਂ, ਲੋਕੀ ਘਰ ਜਾ ਕੇ ਗੂਗਲ 'ਤੇ ਸਰਚ ਕਰਕੇ ਉਹਦੇ ਸਾਈਡ ਇਫੈਕਟਸ ਪੜ੍ਹ ਲੈਂਦੇ ਨੇ। ਤਾਂ ਸਾਈਡ ਇਫੈਕਟਸ ਪੜ੍ਹ ਕੇ ਜਾਂ ਦੋਸਤਾਂ ਦੀ ਗੱਲਾਂ ਸੁਣ ਕੇ ਦੇ ਸਟਾਪ ਦ ਟ੍ਰੀਟਮੈਂਟ ਕਿ ਵੀ ਜੀ ਇਹ ਦਵਾਈ ਦੇ ਸਾਈਡ ਇਫੈਕਟਸ ਹੈਗੇ ਨੇ, ਬਟ ਡੋਂਟ ਰਿਅਲਾਈਜ਼ ਕਿ ਦਿਸ ਇਜ਼ ਦ ਲਾਈਫ ਸੇਵਿੰਗ ਡਰਗ ਫॉर them। ਕਿ ਜੇਕਰ ਡਾਕਟਰ ਨੇ ਇਹ ਦਵਾਈ ਲਿਖੀ ਹੈ, ਦਿਸ ਇਜ਼ ਦ ਓਨਲੀ ਟ੍ਰੀਟਮੈਂਟ, ਇਫ ਯੂ ਡੋਂਟ ਯੂਜ਼ ਇਟ ਦੇਰ ਇਜ਼ ਨੋ ਅਦਰ ਵੇ। ਉਹ ਦਵਾਈ ਬੰਦ ਕਰਕੇ ਸਾਈਡ ਇਫੈਕਟਸ ਤੋਂ ਡਰ ਕੇ ਕਹਿੰਦੇ ਸ਼ੂਗਰ ਵੱਧ ਜਾਏਗੀ, ਵੇਟ ਵੱਧ ਜਾਏਗਾ, ਕੱਲ੍ਹ ਨੂੰ ਦੇ ਪ੍ਰੈਜ਼ੈਂਟ ਇਨ ਦ ICU, ਦੇ ਲੈਂਡ ਅਪ ਔਨ ਦ ਵੈਂਟੀਲੇਟਰ, ਜਿੱਥੇ ਕਿ ਅਸੀਂ ਫਿਰ ਕੁਝ ਵੀ ਨਹੀਂ ਕਰ ਸਕਦੇ ਪੇਸ਼ੈਂਟਸ। ਸੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਆਉਂਦਾ ਹੈ ਮੈਡੀਸਿਨਸ ਨੂੰ ਲੈ ਕੇ,
ਤਾਂ ਯੂ ਮਸਟ ਗੋ ਟੂ ਯੂਰ ਡਾਕਟਰ ਐਂਡ ਕਲੈਰੀਫਾਈ ਯੂਰ ਡਾਊਟਸ ਕਿ ਡਾਕਟਰ ਸਾਹਿਬ ਤੁਸੀਂ ਇਹ ਦਵਾਈ ਲਿਖੀ ਹੈ, ਮੈਂ ਪੜ੍ਹਿਆ, ਇਹ ਸੁਣਿਆ, ਇਹਦਾ ਕੀ ਸੱਚਾਈ ਕੀ ਹੈ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਸੋ ਆਲਵੇਜ਼ ਕੰਸਲਟ ਯੂਰ ਡਾਕਟਰ। ਤੁਹਾਡਾ ਆਪਣੇ ਡਾਕਟਰ ਦੇ ਵਿੱਚ ਫੇਥ, ਟਰਸਟ, ਕੌਨਫੀਡੈਂਸ ਹੋਣਾ ਬੜਾ ਜ਼ਰੂਰੀ ਹੈ। ਡਾਕਟਰ ਇਜ਼ ਰਾਈਟਿੰਗ ਮੈਡੀਸਿਨਸ ਫॉर योर बेनिफिट, नॉट फॉर हिज ओन बेनिफिट। बहुत ही चंगा मैसेज डॉक्टर साहब तुसीं सानूं दिता है एंड आई थिंक लोकी ये सारे चीज़ां नूं अपने मन च रख के अपना ਜਿਹੜੇ भी इस बीमारी नाल हैगे आ जां ਜਿਹੜੇ प्रोफैशन च जिन्हां नूं बीमारी हो सकती है सो वो अपना ख्याल रखणगे। डॉक्टर पुनीत, थैंक यू वेरी मच फॉर कमिंग टू दिस स्टूडियो एंड शेयरिंग योर नॉलेज विद आवर ऑडियंस एंड साडा प्रोग्राम देखते रहो, ਤੁਹਾਡੇ ਮੈਸੇਜ ਸਾਨੂੰ ਮਿਲਦੇ ਰਹਿੰਦੇ ਆ ਐਂਡ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਹਨੂੰ ਲਾਈਕ ਕਰਦੇ ਹੋ, ਦੇਖਦੇ ਹੋ ਐਂਡ ਅਸੀਂ ਅਗਲੀ ਵਾਰੀ ਫੇਰ ਇੱਕ ਨਵੀਂ ਸ਼ਖਸੀਅਤ, ਇੱਕ ਨਵੀਂ ਪ੍ਰੋਬਲਮ ਜਿਹੜੀ ਕਿ ਕਾਮਨ ਦੀਆਂ ਪ੍ਰੋਬਲਮ ਅਸੀਂ ਡਿਸਕਸ ਕਰਦੇ ਹਾਂ ਲੈ ਕੇ ਤੁਹਾਡੇ ਕੋਲ ਆਵਾਂਗੇ। ਥੈਂਕ ਯੂ ਵੈਰੀ ਮਚ ਫॉर ਵਾਚਿੰਗ। ਥੈਂਕ ਯੂ ਸਰ।